ਖੇਤੀਬਾੜੀ ਕਾਨੂੰਨਾਂ ਦੇ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਹਰ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਅੱਜ ਗੁਰਦਾਸਪੁਰ ਦੀ ਵਿਧਾਨ ਸਭਾ ਸ਼੍ਰੀ ਹਰਗੋਬਿੰਦਪੁਰ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਜੰਮ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਵੱਲੋਂ ਬਿਕਰਮ ਮਜੀਠੀਆ ਅਤੇ ਅਕਾਲੀ ਦਲ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਕਸਬਾ ਸ਼੍ਰੀ ਹਰਗੋਬਿੰਦਪੁਰ ਨੂੰ ਚਾਰੋਂ ਤਰਫ ਤੋਂ ਘੇਰਿਆ ਹੋਇਆ ਸੀ। ਇਸ ਦੌਰਾਨ ਪੁਲਿਸ ਬਲ ਭਰੀ ਤਾਦਾਦ ਵਿੱਚ ਮੌਜੂਦ ਸੀ। ਕਿਸਾਨਾਂ ਦੇ ਵੱਲੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਹਰ ਮੋੜ ਤੇ ਵਿਰੋਧ ਕੀਤਾ ਗਿਆ। ਇਸ ਦੌਰਾਨ ਬਿਕਰਮ ਮਜੀਠੀਆ ਆਪਣੀ ਕਾਰ ਵਿੱਚ ਹੱਥ ਜੋੜ ਕੇ ਬੈਠੇ ਰਹੇ। ਕਿਸਾਨਾਂ ਦੇ ਵਿਰੋਧ ਕਾਰਨ ਬਿਕਰਮ ਮਜੀਠੀਆ ਨੂੰ ਸ਼੍ਰੀ ਹਰਗੋਬਿੰਦਪੁਰ ਵਿੱਚ ਪਹੁੰਚ ਲਈ ਕਰੀਬ 2.5 ਘੰਟੇ ਦਾ ਸਮਾਂ ਲੱਗਾ। ਦਰਅਸਲ ਬਿਕਰਮ ਮਜੀਠੀਆ ਅੱਜ ਸ਼੍ਰੀ ਹਰਗੋਬਿੰਦਪੁਰ ਵਿੱਚ ਕਾਂਗਰਸ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਜੀਤ ਭੱਲਾ, ਉਹਨਾਂ ਦੇ ਪਰਿਵਾਰ ਅਤੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਲਈ ਪਹੁੰਚੇ ਸਨ, ਜਿਸ ਕਰਕੇ ਬਿਕਰਮ ਮਜੀਠੀਆ ਨੂੰ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕੀ ਕੁਝ ਦੱਸਿਆ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਰਿਪੋਰਟ ਦੇ ਵਿੱਚ। बड़ी लंबी जदोजहद करनी पई पर ਤੁਹਾਡੇ ਨਾਲ ਪਿਆਰ ਲਿਆ ਉਹਨਾਂ ਪਿੱਛੇ ਤੁਹਾਡੇ ਸੰਗਤ ਦੇ ਨਾਲ ਪਿਆਰ ਸਭ ਬੰਦੇ ਨੇ ਉਹਨਾਂ ਦਾ ਵੀ ਧੰਨਵਾਦ ਕਰ ਤੋਂ ਮੈਂ ਬੇਨਤੀ ਕਰਾਂਗਾ ਕਿ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਹੋਣੀ ਆ ਉਦੋਂ ਸਾਰੇ ਜਿਹੜੇ ਆਪਾਂ ਕਰ ਲਿਓ ਪ੍ਰੋਗਰਾਮ ਜਿਹੜਾ ਚੱਲਦਾ ਅੰਕਲ ਜੀ तो मेरे वीरों वो जरूर दस के जरा प्रोग्राम अकाली दल के लीडर साहब बैठे ने उन्होंने रूबरू आप मजीठा साहब को कराना। ज्योति नगर साहब आए ने और वीर की गाड़ी आए सारे करो मेरे प्रोग्राम चलना आ स्टेज तो एक साइड पर होगा तो प्रोग्राम चलाइए। मेरे भी पत्रकार राजू जी धन्यवाद जी बहुत बहुत धन्यवाद जी सारे मेरे वीर बाबा जी ने शामिल आप करा रहे हैं। बाबा जी को मान साहब पहुंचे ने सारे का बहुत बहुत धन्यवाद। मान साहब जी और जयकारा छड़ के बोले सो रहा लो जी ਤੁਹਾਡਾ ਪਰਿਵਾਰ ਜਿਹੜਾ ਉਹ ਅੱਜ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਨਹੀਂ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਬਹੁਤ ਵੱਡਾ ਹੋ ਗਿਆ। ਬਾਬਾ ਜੀ ਨੂੰ ਸ਼ਾਮਲ ਕਰ ਲਿਆ। ਬਾਬਾ ਹਰਜੀਤ ਸਿੰਘ ਭੱਲਾ ਜੀ, ਬਾਬਾ ਸੋਨੂ ਭੱਲਾ ਜੀ ਅੱਜ ਬਾਬਿਆਂ ਦੇ ਕੱਟ ਪਾਏ ਛੋਟੇ ਆ ਪਰ ਦਿਲ ਬੜੇ ਵੱਡੇ ਆ। ਬਹੁਤ ਵੀਰ ਸਿੰਘ ਜੀ ਜਵਾਨਾ ਰਾਜਵੀਰ ਸਿੰਘ ਜੀ ਮਹਿਤੇ ਤੋਂ ਪਹੁੰਚੇ ਨੇ। ਰਾਜਵੀਰ ਸਿੰਘ ਰਾਜਵੀਰ ਬੋਲਦਾ ਵਾ ਬਹੁਤ ਸਾਡੇ ਵਿੱਚ ਸ਼ਾਮਲ ਮਜੀਠਾ ਸਾਹਿਬ ਜੀ ਸਿੱਧੇ ਤੌਰ ਤੇ ਪਹੁੰਚੇ ਨੇ। ਸਮੁੱਚਾ ਟੀਮ ਸਾਰੇ ਐਮਸੀ ਸਾਬਕਾ ਔਰ ਬਹੁਤ ਸਾਰੇ ਮੌਜੂਦਾ ਜਿਹੜੇ ਸਾਡੇ ਸ਼ਾਮਲ ਹੋ ਕੇ ਸਾਡੇ ਟੀਮ ਨੂੰ ਵਾਧਾ ਕੀਤਾ ਸਿੱਧਾ ਚਾਹਤਾ ਪਹੁੰਚੇ ਨੇ। ਸਾਰਿਆਂ ਨੂੰ ਬਹੁਤ ਬਹੁਤ ਸਾਗਰ ਸਿੰਘ ਜੀ ਕਰਕੇ ਇਹ ਪ੍ਰੋਗਰਾਮ ਨੂੰ ਚਲਾਉਣ ਦੇ ਇਹ ਸਾਰੇ ਜਿਹੜੀ ਸੰਗਤ ਬੈਠੀ ਆ ਉਹਨਾਂ ਨੇ ਜ਼ਰੂਰ ਲੀਡਰਸ਼ਿਪ ਦਾ ਇੱਥੇ ਆਇਆ ਜੀ ਆਇਆ ਕਹਿੰਦਾ ਹਾਂ ਤੇ ਮੈਂ ਮਾਨਯੋਗ ਮਜੀਠੀਆ ਸਾਹਿਬ ਨੂੰ ਯਕੀਨ ਸਤਿਕਾਰਯੋਗ ਸਾਡੇ ਮਾਝੇ ਦੇ ਜਰਨੈਲ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨਿਟ ਮਿਨਿਸਟਰ ਕੈਪਟਨ ਗੁਰਦੀਪ ਸਿੰਘ ਜੀ ਬਾਜ ਜੀ ਅਤੇ ਬਹੁਤ ਹੀ ਸਤਿਕਾਰਯੋਗ ਬੈਠੇ ਹੋਏ ਹੋਰ ਲੀਡਰ ਸਾਹਿਬਾਨ ਲਿਆ ਦੇਵਾਂਗੇ ਹੜ ਵਿਰੋਧੀਆਂ ਦੀ ਲਿਆ ਦੇਵਾਂਗੇ ਹਰ ਜੜ ਇਹ ਹਲਕਾ ਇੰਨੀ ਸ਼ਾਨ ਨਾਲ ਜਿਤਾਵਾਂਗੇ ਮਜੀਠਾ ਸਾਹਿਬ ਇਹ ਸਦਾ ਨਹੀਂ ਬਣ ਜਾਏਗਾ ਮਜੀਠਾ ਸਾਹਿਬ ਦਾ ਗੜ। ਮੈਂ ਧੱਕੇਸ਼ਾਹੀ ਬਹੁਤ ਜ਼ਿਆਦਾ ਹੋ ਰਹੀ ਹੈ, ਨਸ਼ਾ ਬੜੇ ਜ਼ੋਰਾਂ ਨਾਲ ਵਿਕ ਰਿਹਾ ਹੈ ਅਤੇ ਉਹ ਲੋਕ ਨਸ਼ੇ ਵੇਚ ਰਹੇ ਨੇ ਜਿਨ੍ਹਾਂ ਨੇ ਨਕਲੀ ਬੂਏ ਬਣਾਏ ਹੋਏ ਨੇ ਤੇ ਪੁਲਿਸ ਦੀਆਂ ਸਿਕਿਉਰਟੀਆਂ ਲਈ ਫਿਰਦੇ ਨੇ। गुरु साहब की अपार बख्शिश किरपा हुई है कि वड्डी गिनती च कांग्रेस पार्टी नूं अलविदा कह के
4 ਮੌਜੂਦਾ MC ਸਾਹਿਬਾਨ, ਜਿਹਦੇ 'ਚ ਬਾਬਾ ਹਰਜੀਤ ਸਿੰਘ ਜੀ ਭੱਲਾ ਜੀ ਜਿਹੜੇ ਸਾਬਕਾ 3 ਵਾਰੀ ਪ੍ਰਧਾਨ ਰਹਿ ਚੁੱਕੇ ਆ। ਵੱਡਾ ਸਮਾਂ ਉਹਨਾਂ ਨੇ ਇਸ ਇਲਾਕੇ ਦੀ, ਇਹ ਸ਼ਹਿਰ ਦੀ ਸੇਵਾ ਕੀਤੀ ਆ। 10 ਵਾਰੀ ਉਹ ਕਾਉਂਸਲਰ ਮੌਜੂਦਾ ਵੀ ਸਿਟਿੰਗ ਨੇ। ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਪਰਿਵਾਰ ਨਾਲ ਹੀ ਜਿਹੜੇ 3 MC ਸਾਹਿਬਾਨ ਨੇ ਹੋਰ ਅੱਜ ਉਹ ਸ਼ਾਮਿਲ ਹੋਏ ਆ। ਬੜੀ ਵੱਡੀ ਗਿਣਤੀ ਨਾਲ ਆਪਦੇ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਦੇ ਜੋ ਹਾਲ ਕੀਤਾ ਸ਼ਹਿਰ ਦਾ ਔਰ ਜੋ ਹਾਲ ਕੀਤਾ ਪੰਜਾਬ ਦਾ, ਜੋ ਫਰੌਤੀ ਦਾ ਰਾਜ ਹੈ, ਗੁੰਡਾਗਰਦੀ ਦਾ ਰਾਜ ਹੈ, ਔਰ ਜਿਹਦੇ 'ਚ ਸਿਰਫ ਤੇ ਸਿਰਫ ਧੱਕੇਸ਼ਾਹੀ ਤੋਂ ਸਿਵਾਏ ਕੋਈ ਨਹੀਂ ਹੈ। ਸਿਰਫ ਤੋਂ ਸਿਰਫ ਕਰਪਸ਼ਨ ਹੈ। ਔਰ ਇੱਕ ਵੀ ਵਾਅਦਾ, ਚਾਹੇ ਉਹ ਵਿਕਾਸ ਦਾ ਹੈ, ਚਾਹੇ ਘਰ ਘਰ ਨੌਕਰੀ ਦਾ ਹੈ, ਚਾਹੇ ਮੁਲਾਜ਼ਮਾਂ ਦਾ ਹੈ, ਚਾਹੇ ਉਹ ਬਿਜਲੀ ਦੇ ਬਿੱਲਾਂ ਦਾ ਹੈ, ਚਾਹੇ ਵਪਾਰੀਆਂ ਨਾਲ ਹੈ, ਚਾਹੇ ਉਹ ਇੰਡਸਟਰੀ ਨਾਲ ਹੈ, ਚਾਹੇ ਉਹ ਮੁਲਾਜ਼ਮ ਵੀਰਾਂ ਨਾਲ ਹੈ, ਹਰੇਕ ਨਾਲ ਧੋਖਾ ਤੇ ਧੱਕਾ ਕੀਤਾ। ਅੱਜ ਇਹਨਾਂ ਸਾਰੀ ਗੱਲਾਂ ਨੂੰ ਮੁੱਖ ਰੱਖਦੇ ਹੋਏ ਅੱਜ ਬਾਬਾ ਜੀ ਤੇ ਸਮੁੱਚੀ ਟੀਮ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਹੋਈ ਹੈ। ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ, ਉਹਨਾਂ ਨੂੰ ਧੰਨਵਾਦ ਕਰਦਾ। ਔਰ ਮੈਨੂੰ ਪੂਰੀ ਆਸ ਹੈ ਕਿ 22 ਦੀ ਇਲੈਕਸ਼ਨ ਜਿੱਥੇ MLA ਦੀ ਸੀਟ 'ਚ ਜਿਵੇਂ ਬਾਠ ਸਾਹਿਬ ਨੂੰ ਇਹ ਹਲਕਾ ਵੱਡਾ ਮਾਣ ਬਖਸ਼ਦਾ ਰਿਹਾ, ਇਹਨਾਂ ਸਾਰਿਆਂ ਦੀ ਜੋ ਮੰਗ ਹੈ ਉਸ ਹਿਸਾਬ ਨਾਲ ਜਦ ਅਸੀਂ ਲੋਕਲ ਕੈਂਡੀਡੇਟ ਜੋ ਦੇਣ ਦਾ ਮਨ ਬਣਾਇਆ, ਜੇ ਉਹ ਪਾਰਟੀ ਮਨਜ਼ੂਰ ਕਰਦੀ ਹੈ, ਵੱਡੀ ਜਿੱਤ ਪੰਥ ਦੀ ਜਿਵੇਂ ਪਹਿਲਾਂ ਇਸ ਹਲਕੇ 'ਚ ਹੁੰਦੀ ਆਈ ਹੈ ਉਹ ਦੁਬਾਰ ਤੋਂ ਹੋਊਗੀ। ਜਿਹੜਾ ਤੁਹਾਡੀ ਗੱਡੀ ਤੇ ਅਟੈਕ ਹੋਇਆ, ਤੁਸੀਂ ਵੀ ਸਟੇਜ ਤੋਂ ਵੀ ਕਿਹਾ, ਉਹਦੇ ਬਾਰੇ ਕਹਿਣਾ ਚਾਹੋ। ਦੇਖੋ, ਮੇਰੇ ਤੇ ਅਟੈਕ ਭਾਵੇਂ ਮੈਂ ਅੱਜ SSP ਸਾਹਿਬ ਨੂੰ ਆਪ ਫੋਨ ਕੀਤਾ ਔਰ ਮੈਨੂੰ ਨਹੀਂ ਪਤਾ ਸੀਗਾ ਕਿ ਬਾਬਾ ਜੀ ਦੀ ਐਡੀ ਚੜ੍ਹਾਈ ਹੈ। ਅੱਜ ਤਾਂ ਐਂ ਲੱਗਦਾ ਸੀ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਰਲਾਉਣ ਚੱਲੇ। ਮਤਲਬ ਐਡਾ ਤਾਂ ਉਹਦੇ ਵੇਲੇ ਮਸਲਾ ਨਹੀਂ ਖੜਾ ਹੁੰਦਾ। ਦੇਖੋ, ਹਰ ਪਾਰਟੀ ਪ੍ਰੋਗਰਾਮ ਕਰ ਰਹੀ ਹੈ। ਕੱਲ ਪ੍ਰਤਾਪ ਸਿੰਘ ਬਾਜਵਾ ਜੀ ਨੇ ਵੀ ਪ੍ਰੋਗਰਾਮ ਕੀਤਾ, ਉੱਥੇ ਤਾਂ ਕੋਈ ਵਿਰੋਧ ਨਹੀਂ ਹੋਇਆ। ਕੁਝ ਦਿਨ ਪਹਿਲਾਂ ਹੋਰ ਮੰਤਰੀ ਵੀ ਕਰਕੇ ਗਏ ਆ। ਜਦੋਂ ਕਾਂਗਰਸ ਪ੍ਰੋਗਰਾਮ ਕਰੇ ਤੇ ਕੋਈ ਰੌਲਾ ਨਹੀਂ, ਜਦੋਂ ਝਾੜੂ ਵਾਲੇ ਪ੍ਰੋਗਰਾਮ ਕਰੇ ਤੇ ਕੋਈ ਰੌਲਾ ਨਹੀਂ। ਇਹ ਸਾਡੇ ਵੇਲੇ ਕੀ ਐਡਾ ਮਸਲਾ ਖੜਾ ਹੋ ਜਾਂਦਾ। ਤੇ ਗੱਲ ਬੜੀ ਸਪਸ਼ਟ ਸਮਝ ਆਉਂਦੀ ਆ ਕਿ ਕਾਂਗਰਸ ਨੂੰ, ਵਿਰੋਧੀ ਪਾਰਟੀਆਂ ਨੂੰ ਬੁਖਾਰ ਚੜ੍ਹ ਜਾਂਦਾ ਕਿ ਇਹਨਾਂ ਦੇ ਸਰਕਾਰ ਬਣੀ ਜਾਂਦੀ ਹੈ, ਬਣ ਜਾਣੀ ਹੈ, ਤੇ ਇਹਨਾਂ ਨੂੰ ਜਿੰਨਾ ਨੀਵਾ ਵਿਖਾ ਲਓ, ਖਰਾਬ ਕਰ ਲਓ, ਡਰਾ ਲਓ, ਤੇ ਸ਼ਾਇਦ ਸਾਨੂੰ ਕਾਮਯਾਬੀ ਮਿਲ ਜਾਵੇ। ਸਾਨੂੰ, ਮੈਂ SSP ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਦੇਖੋ, ਜਿੱਥੇ ਤਾਂ ਜੈਨੂਇਨ ਕਿਸਾਨ ਹੈ ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਸਾਡਾ ਕਾਹਦਾ ਝਗੜਾ। ਚਲੋ, ਮੇਰਾ ਕੋਈ ਕਾਂਗਰਸੀ ਵੀ ਵਿਰੋਧ ਕਰਨਾ ਚਾਹੁੰਦਾ, ਉਹਦਾ ਵੀ ਸਤਿਕਾਰ ਹੈ, ਵਿਰੋਧ ਕਰੇ, ਮਗਰ ਲੋਕਤੰਤਰ 'ਚ ਸ਼ਾਂਤਮਈ ਵਿਰੋਧ ਹੁੰਦਾ। ਤੁਸੀਂ ਜਾਣ-ਬੁੱਝ ਕੇ ਮੇਰੀ ਗੱਡੀਆਂ, ਜੇ ਕੋਈ ਵਜ਼ੀਰ ਹੋਵੇ ਜਾਂ ਤੁਹਾਡਾ ਕੋਈ ਹੋਰ ਹੋਵੇ ਤਾਂ ਘੁਮਾ ਘਮੂ ਕੇ ਲੈ ਜਾਂਦੇ ਹੋ, ਤੇ ਮੇਰੀ ਗੱਡੀਆਂ ਨੂੰ ਤੁਸੀਂ ਲਿਜਾ ਕੇ ਉੱਥੇ ਫਸਾ ਦਿੰਦੇ ਹੋ ਉਹਨਾਂ ਦੇ ਵਿੱਚ ਕਿ ਆਪਸ 'ਚ ਲੜਨ ਪਏ, ਫਿਰ ਅਸੀਂ ਪਰਚੋ ਦੇ ਦਈਏ ਆਪਸ 'ਚ। ਇਹ ਜਿਹੜੀ ਭਰਾ ਮਾਰੂ ਜੰਗ ਤੁਸੀਂ ਕਰਾਉਣ ਨੂੰ ਫਿਰਦੇ ਹੋ ਪੰਜਾਬ 'ਚ, ਭਾਜਪਾ ਦੇ ਇਸ਼ਾਰੇ ਤੇ, ਸੈਂਟਰਲ ਏਜੰਸੀਆਂ ਦੇ ਇਸ਼ਾਰੇ ਤੇ, ਇਹ ਮੈਂ SSP ਸਾਹਿਬ ਨੂੰ ਕਿਹਾ, ਮੈਂ ਕਿਹਾ ਇਹਦਾ ਖਾਮਿਆਜ਼ਾ ਤੁਹਾਨੂੰ ਵੀ ਭੁਗਤਣਾ ਪਊਗਾ। ਪੰਜਾਬ 'ਚ ਭਾਈਚਾਰਕ ਸ਼ਾਂਤ, ਅਮਨ ਸ਼ਾਂਤੀ, ਕਾਨੂੰਨ ਨੂੰ ਇਹ ਖਰਾਬ ਕਰਨਾ ਚਾਹ ਰਹੇ। ਜਦੋਂ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਸਾਡੀ ਲੜਾਈ ਦਿੱਲੀ ਨਾਲ ਹੈ, ਸਾਡੀ ਲੜਾਈ ਕਾਲੇ ਕਾਨੂੰਨ ਵਾਪਸ ਕਰਨ ਦੀ ਹੈ, ਸਾਡੀ ਇਹ ਜੀ ਪੰਜਾਬ 'ਚ ਕੋਈ ਮਸਲਾ ਹੀ ਨਹੀਂ ਇੱਕ ਦੂਜਿਆਂ ਨਾਲ, ਸਾਰੀ ਪਾਰਟੀਆਂ ਭਾਜਪਾ ਨੂੰ ਛੱਡ ਕੇ ਅਸੀਂ ਇੱਕ ਪੇਜ ਤੇ ਇਕੱਠੇ ਹਾਂ, ਫਿਰ ਇਹ ਕੰਮ ਕਿਉਂ? ਬੜਾ ਸਪਸ਼ਟ ਹੋ ਗਿਆ ਕਿ ਇਹ ਕਾਂਗਰਸ ਦੇ ਇਸ਼ਾਰੇ ਤੇ ਕਰ ਰਿਹਾ। ਇੱਕ ਜਗ੍ਹਾ ਨਹੀਂ, 3 ਜਗ੍ਹਾ ਕਰਾਇਆ, ਅਖੀਰ ਤੇ ਅਟੈਕ ਹੀ ਕਰਾਤਾ ਗੱਡੀ ਤੇ, ਇਹਨਾਂ ਦੇ ਘਰ ਦੇ ਬਾਹਰ। ਮੈਂ ਇਹਨਾਂ ਅਟੈਕ ਟੂਕ ਤੋਂ ਨਹੀਂ ਡਰਨ ਵਾਲਾ। SSP ਸਾਹਿਬ, ਗੋਲੀ ਮਰਵਾ ਦਿਓ ਮਜੀਠੀਏ ਤੇ, ਜੋ ਮਰਜ਼ੀ ਕਰਾ ਲਿਓ, ਮਗਰ ਹੱਕ ਸੱਚ ਦੀ ਲੜਾਈ 'ਚ ਮਜੀਠੀਆ ਔਰ ਮਜੀਠੀਏ ਦੇ ਸਾਥੀ ਅਸੀਂ ਸਾਰੇ ਦਿਨ ਰਾਤ ਇੱਕ ਕਰ ਦਿਆਂਗੇ, ਕਾਂਗਰਸ ਨੂੰ ਐਕਸਪੋਜ਼ ਕਰਦੇ ਰਵਾਂਗੇ। ਮਜੀਠਾ ਜੀ, ਸਾਰਾ ਇੱਕ ਜਗ੍ਹਾ ਵਾਲੇ ਮਜੀਠਾ ਜੀ, ਹਰੀਸ਼ ਰਾਵਤ ਵੱਲੋਂ 5 ਪਿਆਰਾ ਸਾਹਿਬਾਨ ਦਾ ਸ਼ਬਦ ਦਾ ਇਸਤੇਮਾਲ ਕਰਨਾ ਤੇ ਫਿਰ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਲਗਾਤਾਰ ਹੀ ਐਸੇ ਕੰਮ ਸਾਹਮਣੇ ਆ ਰਹੇ। ਜਦੋਂ ਪਤਾ ਕਿ ਸਿੱਖ ਕੌਮ ਦੇ ਹਿਰਦੇ ਮਨੁੰਦਰੇ ਜਾਂਦੇ ਨੇ ਤਾਂ ਪ੍ਰੋਟੈਸਟ ਵੀ ਸ਼ੁਰੂ ਹੋ ਜਾਂਦੇ ਨੇ, ਫਿਰ ਮਾਫੀਆਂ ਮੰਗ ਲਈਆਂ ਜਾਂਦੀਆਂ। ਮੈਂ ਇਹੀ ਗੱਲ ਦੋਗਲੀ ਜੋ ਇਹਨਾਂ ਦੀ ਪਾਲਿਸੀ ਉਹਦੀ ਗੱਲ ਕਰਦਿਆਂ, ਮੈਂ ਅੱਗੇ ਗੱਲ ਕੀਤੀ, ਕਾਂਗਰਸ ਪਾਰਟੀ ਨੇ ਕਰਜ਼ਾ ਮਾਫੀ ਨਹੀਂ ਕੀਤੀ, ਉਹਨਾਂ ਦਾ ਘਰਾਓ ਕੋਈ ਨਹੀਂ। ਖੁਦਕੁਸ਼ੀ ਪਰਿਵਾਰ ਕਰ ਗਏ, 1800 ਵੱਧ ਪਰਿਵਾਰ, ਉਹਨਾਂ ਨਾਲ ਵਾਅਦਾ ਸੀ ਕਿ ਤੁਹਾਨੂੰ ਨੌਕਰੀ ਦੇਵਾਂਗੇ, ਉਹਨਾਂ ਦਾ ਕਾਂਗਰਸੀਆਂ ਨੇ ਵਾਅਦਾ ਕੀਤਾ, ਉਹਦਾ ਕੋਈ ਘਰਾਓ ਨਹੀਂ। 10 ਲੱਖ ਕਹਿੰਦੇ ਸੀ ਖੁਦਕੁਸ਼ੀ ਪਰਿਵਾਰਾਂ ਨੂੰ ਦੇਵਾਂਗੇ, ਉਹਨਾਂ ਨੂੰ ਦੀਵਾਨੀ ਨਹੀਂ ਦਿੱਤੀ, ਉਹਦਾ ਕੋਈ ਘਰਾਓ ਨਹੀਂ। ਕਿਸਾਨਾਂ ਦੇ, ਗੰਨੇ ਦੇ ਕਿਸਾਨਾਂ ਦੇ ਨਾਲ, ਚਾਹੇ ਆ ਕਾਟਨ ਦੇ ਕਿਸਾਨਾਂ ਨਾਲ ਜਾਂ ਮੱਕੀ ਦੇ ਕਿਸਾਨਾਂ ਨਾਲ 5 ਸਾਲ ਉਹਨਾਂ ਦਾ ਸ਼ੋਸ਼ਣ ਹੁੰਦਾ ਰਿਹਾ।
1000 ਕਰੋੜ ਰੁਪਏ ਦਾ ਤਾਂ ਇਕੱਲੇ ਗੰਨੇ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਰੇਟ ਕਰਕੇ ਪਿਛਲੇ 4 ਸਾਲਾਂ 'ਚ। ਉਹਦੇ ਖਿਲਾਫ ਕੋਈ ਰੋਸ ਨਹੀਂ, ਉਹਨਾਂ ਦਾ ਕੋਈ ਘਿਰਾਓ ਨਹੀਂ। ਅੱਜ 360 ਐਲਾਨ ਤਾਂ ਇਹ ਤਾਂ ਦਸੰਬਰ 'ਚ ਵੇਲੇ ਹੋ ਜਾਣੇ, ਦੇਣੀ ਤਾਂ ਮਾਰਚ ਤੱਕ ਸੀਜ਼ਨ ਚੱਲਣਾ, ਦੇਣਾ ਕਿਹਨੂੰ ਪੈਣਾ? ਅਗਲਿਆਂ ਨੂੰ। ਇਹਨਾਂ ਨੇ ਤਾਂ ਕੱਖ ਨਹੀਂ ਦਿੱਤਾ, ਠੱਗੀ ਮਾਰ ਕੇ ਪਾਰ ਗਏ। ਮਗਰ ਜਿਨ੍ਹਾਂ ਨੇ ਠੱਗੀ ਮਾਰੀ ਆ ਅੱਜ ਉਹਨਾਂ ਦੇ ਤੁਸੀਂ ਨਾਂ ਤੇ ਜੋ ਪੋਲਿਟਿਕਸ ਖੇਡੀ ਜਾ ਰਹੀ ਹੈ, ਇਹਦੇ ਨਾਲ ਕੇਵਲ ਤੇ ਕੇਵਲ ਪੰਜਾਬ 'ਚ ਰਾਸ਼ਟਰਪਤੀ ਰਾਜ, ਗਵਰਨਰੀ ਰਾਜ ਲਾਉਣ ਦਾ ਸ਼ਰਾਰਤ ਹੈ ਔਰ ਪੰਜਾਬ ਦਾ ਮਾਹੌਲ ਖਰਾਬ ਕਰਕੇ ਇਹ ਜੋ ਕਪਤਾਨ ਸਾਹਿਬ ਚਾਹ ਰਹੇ, ਜੋ ਭਾਜਪਾ ਚਾਹ ਰਹੀ, ਉਹ ਬਰਾਬਰ ਦੀ ਗੱਲ ਹੀ ਚਾਹ ਰਹੀ ਕਿ ਦਿੱਲੀ ਇਹੀ ਵਿਖਾ ਦਿਓ ਕਿ ਇਹਨਾਂ ਦੀਆਂ ਆਪਸ 'ਚ ਛਿੱਤਰੋ ਛਿੱਤਰੀ ਕਰਾ ਦਿਓ, ਬੰਦੇ ਮਰਵਾ ਦਿਓ, ਦਿੱਲੀ 'ਚ ਕਾਨੂੰਨ ਦੀ ਰੁਲਦੇ ਰਹਿਣਗੇ, ਮਗਰ ਇਹਨਾਂ ਨੂੰ ਪਹਿਲਾਂ ਪੰਜਾਬ 'ਚ ਰੋਲ ਦਿਓ। ਔਰ ਉਹੀ ਗੱਲ 'ਚ ਤਹਿਤ ਹਰੀਸ਼ ਰਾਵਤ ਪੰਜਾਬ 'ਚ ਆ ਕੇ, ਔਰ ਇਹ ਤੋਂ ਘਟੀਆ ਗੱਲ ਕੀ ਹੈ, ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਹੋਵੇ, ਜਿਸ ਪਾਰਟੀ ਨੇ ਹਜ਼ਾਰਾਂ ਦੇ ਗੁਰਸਿੱਖਾਂ ਦੇ ਕਤਲੇਆਮ ਕੀਤੇ ਹੋਏ, ਜਿਸ ਪਾਰਟੀ ਨੇ ਹਜ਼ਾਰਾਂ ਗੁਰਦੁਆਰਿਆਂ ਨੂੰ ਸਾੜਿਆ ਹੋਵੇ, ਜਿਉਂਦੇ ਜੀ ਗੁਰਸਿੱਖ ਸਾੜੇ ਹੋਣ, ਉਹ ਪਾਰਟੀ ਦਾ ਗਾਂਧੀਆਂ ਦਾ ਕਠਪੁਤਲਾ ਹਰੀਸ਼ ਰਾਵਤ ਪੰਜਾਬ 'ਚ ਆ ਕੇ, ਜਿਨ੍ਹਾਂ ਨੇ ਸਿਰ ਮੂੰਹ ਸਭ ਮਨਾਏ ਆ, ਜਿਹੜੇ ਗੁਰਸਿੱਖ ਸਿੱਖ ਹੋਣ ਦੇ ਨਾਤੇ ਰੱਬ 'ਚ ਗੁਰੂ ਦਾ ਸਿੱਖ ਉਹ ਹੈ ਜਿਹੜਾ ਗੁਰੂ ਦਾ ਸਿੱਖ ਬਣ ਕੇ ਰਵੇ। ਇਹ ਨਹੀਂ ਕਿ ਤੁਸੀਂ ਹੋਰ ਰੂਪ 'ਚ ਰਹੋ। ਉਹਨਾਂ ਨੂੰ 5 ਪਿਆਰੇ ਦੱਸੇ ਤੇ ਫਿਰ ਇਹਦੇ ਤੇ ਸੌਦੇ ਸਾਧ ਤੇ ਕੀ ਫਰਕ ਹੈ? ਫਿਰ ਇਹ 'ਤੇ ਪਰਚਾ ਕਿਉਂ ਨਹੀਂ? ਅੱਜ ਜੇ ਨਹੀਂ ਕਾਂਗਰਸ ਪਰਚਾ ਕਰਦੀ ਇਹਦੇ ਤੇ, ਇਹ ਤੋਂ ਸਪਸ਼ਟ ਹੋ ਜੂ ਕਿ 2 ਮਾਪਦੰਡ ਨੇ, ਦੋਗਲੀ ਰਾਜਨੀਤੀ ਹੈ। ਨਹੀਂ ਤਾਂ ਗੁਰੂ ਨੇ ਜਦ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦ 5 ਪਿਆਰੇ ਜਿਨ੍ਹਾਂ ਨੂੰ ਇਹ ਪਦਵੀ ਦਿੱਤੀ ਸੀ, ਉਹ ਕਿੱਡੇ ਉੱਚੇ ਤੇ ਸੱਚੇ ਮਹਾਂਪੁਰਸ਼ ਕਹਿ ਲਓ, ਗੁਰੂ ਦੀ ਬਖਸ਼ੀਆਂ ਰੂਹਾਂ ਕਹਿ ਲਓ, ਜਿਨ੍ਹਾਂ ਨੂੰ ਐਡੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਸੀ, ਇੱਕ ਤੋਂ ਸੀਸ ਮੰਗਿਆ, ਐਡੀ ਵੱਡੀ ਬਖਸ਼ਿਸ਼ ਕੀਤੀ ਔਰ ਫਿਰ ਇਹ ਗੱਲ ਕਹੀ ਕਿ 5 ਪਿਆਰਿਆਂ ਦਾ ਹੁਕਮ ਸਾਡੇ ਲਈ ਰੱਬ ਦਾ ਹੁਕਮ ਹੈ, ਇਲਾਹੀ ਹੁਕਮ ਹੈ। ਅੱਜ ਉਹ ਗੁਰੂ ਸਾਹਿਬ ਨਾਲ ਕੰਪੈਰੀਜ਼ਨ, ਫਿਰ ਮਤਲਬ ਇਹਨਾਂ 5 ਪਿਆਰਿਆਂ ਨੂੰ ਲਾਇਆ ਕਿਹਨੇ? ਮਤਲਬ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਸੋਨੀਆ ਗਾਂਧੀ ਫਿਰ ਪੰਜਾਬ ਲਈ ਰੱਬ ਦਾ ਰੂਪ ਹੈ? ਇਹ ਗੱਲਾਂ ਕਦੇ ਵੀ ਬਰਦਾਸ਼ਤ ਨਹੀਂ ਹੋਣੀਆਂ। ਠੋਕ ਕੇ ਪਰਚਾ ਹੋਵੇ, ਠੋਕੋ ਤਾਲੀ ਤੇ ਚਾਰੇ ਪ੍ਰਧਾਨਾਂ 'ਚ ਵਿੱਚ ਹਰੀਸ਼ ਰਾਵਤ ਤੇ ਵਿੱਚ ਪ੍ਰਗਟ ਸਿੰਘ ਤੇ ਨਹੀਂ ਹੁੰਦਾ ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਕਰਾਂਗੇ, ਆਪਦੇ ਵੱਲੋਂ ਸ਼ਿਕਾਇਤ ਵੀ ਦੇਵਾਂਗੇ ਔਰ ਇਹਨਾਂ ਦੇ ਚਿਹਰੇ ਵੀ ਨੰਗੇ ਹੋਣਗੇ ਕਿ ਕਿਵੇਂ ਜਿੱਥੇ ਗੱਲ ਪੰਜਾਬੀਆਂ ਦੀ ਜਾਂ ਗੁਰਸਿੱਖਾਂ ਦੀ ਭਾਵਨਾ ਦੀ ਆਉਂਦੀ, ਉੱਥੇ ਕਾਂਗਰਸ ਦਾ ਕੀ ਮਾਪਦੰਡ ਰਹੀ। ਸਰ, ਪ੍ਰਤਾਪ ਬਾਜਵਾ ਨੇ ਐਲਾਨ ਕਰਤਾ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਤੋਂ ਚੋਣ ਲੜ, ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਬੂਸਟਅਪ ਮਿਲੇਗਾ ਜਾਂ ਕੋਈ ਫਰਕ ਪਏਗਾ? ਦੇਖੋ, ਇਹ ਉਹਨਾਂ ਦੀ ਮਰਜ਼ੀ ਆ, ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਾਮਲਾ। ਉਹ ਗੁਰਦਾਸਪੁਰ ਤੋਂ ਲੜਨ, ਉਹ ਬਟਾਲੇ ਤੋਂ ਲੜਨ, ਉਹ ਗੱਲ ਵੱਖਰੀ ਆ। ਮਗਰ ਮੈਂ ਇਹਨਾਂ 4 ਵਜ਼ੀਰਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਸ਼ਰਮ ਰਹਿ ਗਈ ਆ ਤੁਹਾਡੇ 'ਚ ਕਿ ਬੇਸ਼ਰਮ ਹੋਏ ਆ ਤੁਸੀਂ? ਐਡੇ ਮਤਲਬ ਐਡਾ ਲੁੱਚਪਣ ਯਾਰ। ਤੁਸੀਂ ਇੱਕ ਪਾਸੇ ਕਹਿੰਦੇ ਹੋ ਆ, ਭਾਵੇਂ ਉਹ ਸੁੱਖੀ ਰੰਧਾਵਾ ਹੈ, ਭਾਵੇਂ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈ, ਭਾਵੇਂ ਉਹ ਸੁਖ ਸਰਕਾਰੀਆ ਜੀ ਨੇ, ਭਾਵੇਂ ਉਹ ਚੰਨੀ ਆ, ਜੇ ਤੁਹਾਨੂੰ ਕਪਤਾਨ ਤੇ ਭਰੋਸਾ ਨਹੀਂ ਤੇ ਫਿਰ ਤੁਸੀਂ ਕਿਉਂ ਵਜ਼ੀਰ ਬਣੇ ਫਿਰਦੇ ਹੋ? ਕਪਤਾਨ ਤਾਂ ਰਹੂ ਹੁਣ, ਫਿਰ ਬੇਭਰੋਸਗੀ ਆ ਤੇ ਛੱਡੋ, ਕਿਉਂ ਚੰਬੜੇ ਹੋ ਕੁਰਸੀਆਂ ਨੂੰ? ਇਹ ਤੋਂ ਇੱਕ ਗੱਲ ਸਪਸ਼ਟ ਹੁੰਦੀ ਆ, ਮੁੱਦੇ ਮਾਦਿਆਂ ਦਾ ਤੁਹਾਡਾ ਕੋਈ ਮਸਲਾ ਨਹੀਂ, ਇਕੱਲਾ ਝੰਡੀ ਨਾਲ ਮਸਲਾ, ਕੁਰਸੀ ਦਾ ਮਸਲਾ। ਲੋਕਾਂ ਨੂੰ ਮੂਰਖ ਬਣਾਉਣ ਲਈ ਕੈਮਰਾ ਸਾਹਮਣੇ ਆ ਜੂ ਤੇ ਭਰੋਸਾ ਕੋਈ ਨਹੀਂ, ਅੰਦਰੋਂ ਰਾਜਾ ਸਾਹਿਬ ਕਰਦੇ ਫਿਰਦੇ ਹੋ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣਾ। ਲੋਕ ਸਮਝ ਗਏ ਆ ਕਿ ਠੋਕੋ ਤਾਲੀ ਇਹ ਸਾਰੇ ਰਲ ਕੇ ਖੇਡਣ ਡੇ ਆ, ਲੋਕਾਂ ਦਾ ਮੂਰਖ ਬਣਾਉਣਾ ਚਾਹੁੰਦੇ। ਲੋਕ ਇਸ ਤਰ੍ਹਾਂ ਮੂਰਖ ਨਹੀਂ ਬਣ। ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਿਆਂ ਦੀ ਕਦੋਂ ਟਿਕਟਾਂ ਅਨਾਉਂਸ ਕਰੇਗਾ? ਦੇਖੋ, ਬਾਠ ਸਾਹਿਬ ਇਸ ਹਲਕੇ ਦੇ ਲੰਮਾ ਸਮਾਂ ਉਮੀਦਵਾਰੀ ਉਹਨਾਂ ਨੇ ਕੀਤੀ ਹੈ। ਲੋਕਾਂ ਨੇ ਜਦੋਂ ਮਾੜੇ ਹਾਲਾਤਾਂ 'ਚ ਵੀ ਬਾਠ ਸਾਹਿਬ ਨੂੰ ਇੱਥੋਂ ਜਿਤਾਇਆ, ਵਜ਼ੀਰ ਵੀ ਰਹੇ ਆ, ਸਾਡੇ ਸੀਨੀਅਰ ਆਗੂ। ਇਹਨਾਂ ਦੀ ਵੀ ਸਿਫਾਰਿਸ਼ ਆਈ ਆ, ਹੋਰ ਜਿਹੜੇ ਜ਼ਿੰਮੇਵਾਰ ਸੱਜਣ ਆ ਉਹਨਾਂ ਦੀ ਵੀ ਸਿਫਾਰਿਸ਼ ਆਈ ਆ ਕਿ ਲੋਕਲ ਕੈਂਡੀਡੇਟ ਨੂੰ ਇਹ ਟਿਕਟ ਦੇਣੀ ਆ। ਇਸ ਲਈ ਕੋਈ ਜਲੰਧਰੋਂ ਆਵੇ, ਕੋਈ ਕਰਨਾਲ ਤੋਂ ਆਵੇ, ਕੋਈ ਫਤਿਹਗੜ੍ਹ ਚੂੜੀਆਂ ਦੇ ਕਿਸੇ ਪਿੰਡ 'ਚੋਂ ਆਵੇ, ਕੋਈ ਬਟਾਲੇ ਤੋਂ ਆਵੇ, ਉਹਨੂੰ ਨਹੀਂ, ਲੋਕਲ ਕੈਂਡੀਡੇਟ ਨੂੰ ਇਹ ਮਾਨ ਸਤਿਕਾਰ ਮਿਲੂਗਾ। ਔਰ ਅੱਜ ਸਤਿਕਾਰਯੋਗ ਠਾਕਰ ਸਿੰਘ ਜੀ ਹੋਰਾਂ ਨੇ ਵੀ ਸਰੋਪਾ ਪਾ ਕੇ ਸਾਰਿਆਂ ਨੇ ਮੰਗ ਰੱਖੀ ਆ ਕਿ ਰਾਜਨਵੀਰ ਜੀ ਨੂੰ ਇੱਥੋਂ ਦੀ ਟਿਕਟ ਮਿਲਣੀ ਚਾਹੀਦੀ, ਕਿਉਂਕਿ ਲੋਕਲ ਕੈਂਡੀਡੇਟ ਜਾਂ ਠਾਕੁਰ ਜੀ ਨੇ ਜਾਂ ਰਾਜਨਵੀਰ ਜੀ ਨੇ। ਸੋ ਇਹ ਗੱਲ ਮੈਂ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਊਂਗਾ ਔਰ ਮੈਨੂੰ ਆਸ ਹੈ, ਉਮੀਦ ਹੈ ਕਿ ਇਸ ਫੈਸਲੇ ਨੂੰ ਮੰਨਦੇ ਹੋ ਸਾਰੀ ਸਮੁੱਚੀ ਪਾਰਟੀ। ਕਾਂਗਰਸ ਦੇ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਇਕੱਠੇ ਹੋ ਕੇ ਲੋਕਾਂ ਦੀ ਆਵਾਜ਼ ਬਣ ਕੇ ਕੈਂਡੀਡੇਟ ਜਿਹੜਾ ਵੀ ਬਾਦਲ ਸਾਹਿਬ ਦੇਣਗੇ ਉਹਦੀ ਮਦਦ ਤੇ ਖਲੋ। ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ
ਤੇ ਕਾਦੀਆਂ ਉੱਥੇ ਤੇ ਆਪੋ ਆਪਣੀਆਂ ਦਾਅਵੇਦਾਰੀਆਂ ਸਾਰੀ ਜਿਤਾ ਰਹੇ ਆ, ਪਰ ਬਟਾਲੇ ਨੂੰ ਲਵਾਰ ਛੱਡਿਆ ਜਾ ਰਿਹਾ। ਯਾਰ ਤੁਸੀਂ ਵੀ ਆਪਣੇ ਆਪਣੇ ਸਵਾਲ ਪੁੱਛ ਹੀ ਰਹੇ ਹੋ। ਜੇ ਤੁਸੀਂ ਆਪਦੇ ਗੱਲ ਕਰ ਸਕਦੇ ਹੋ, ਸਾਡੇ ਬੰਦੇ ਵੀ ਕਰ ਸਕਦੇ ਆ, ਲੋਕਤੰਤਰ ਹੈ। ਮਗਰ ਜਿਹੜਾ ਪ੍ਰਧਾਨ ਦੇ ਖਿਲਾਫ ਵੀ ਰੈਲੀ ਹੋਈ, ਹਾਂਜੀ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਵੀ ਕਿਹੜਿਆਂ ਦੇ ਖਿਲਾਫ ਹੋ ਗਈ? ਫੇਰ ਸਾਹਿਬ ਦੇ ਕਦੋਂ ਹੋ ਗਈ? ਮੈਨੂੰ ਨਹੀਂ ਪਤਾ ਯਾਰ। ਨਹੀਂ ਇਹ ਜਿਹੜੇ ਮੈਂ ਹਲਕੇ ਦੀ ਗੱਲ ਕੀਤੀ ਉਹਦੇ ਬਾਰੇ ਦੱਸ ਦਿਓ। ਮੈਂ ਦੱਸ ਰਿਹਾ ਨਾ ਜੀ ਤੁਹਾਨੂੰ। ਦੇਖੋ ਮੇਰੀ ਤਾਂ ਆਪ ਨਹੀਂ ਟਿਕਟ ਹਲੇ ਲਾਨੀ ਗਈ। ਮੈਨੂੰ ਪੁੱਛੀ ਤਾਂ ਉਹ ਐਵੇਂ ਲੱਗਦਾ ਹੁੰਦਾ ਭਰਾ, ਉਦੋਂ ਹੀ ਪਤਾ ਲੱਗਦਾ ਜਦੋਂ ਬੱਸ ਦੀ ਵੀ ਨਹੀਂ ਮਿਲਦੀ। ਇਹ ਜਦੋਂ ਸਭ ਦੀ ਜਿਹੜਾ ਕੈਂਡੀਡੇਟ ਜਿੱਤਣ ਜੋਗਾ ਉਹਨੂੰ ਟਿਕਟ ਮਿਲ ਜੂ ਔਰ ਬੜੀ ਛੇਤੀ ਮਿਲ ਜੂ। ਵਧੀਆ ਕੈਂਡੀਡੇਟ ਦਵਾਂਗੇ ਕਿ ਇਹ ਜਿਹੜੇ ਵਜ਼ੀਰ ਲੋਕਾਂ ਦਾ ਇੱਥੇ ਮੂਰਖ ਬਣਾਉਂਦੇ ਉਹਨਾਂ ਨੂੰ ਵਿਹਲੇ ਕਰਕੇ, ਜਿਹੜੇ ਗੈਂਗਸਟਰਾਂ ਦੀ ਮਦਦ ਤੇ ਹੋਏ ਆ, ਜਿਹੜੇ ਲੋਕ ਫਿਰੌਤੀ ਲੈਂਦੇ, ਜਿਹੜੇ ਕੰਮ ਪੁੱਠੇ ਕਰਦੇ, ਉਹਨਾਂ ਦੀ ਮਦਦ ਕਰਦੇ, ਉਹਨਾਂ ਨੂੰ ਵਿਹਲੇ ਕਰਦੀ ਔਰ ਡਾਕਟਰ ਜੋਹਲ ਵਰਗਿਆਂ ਨੂੰ ਵੀ ਸਬਕ ਸਿਖਾਉਣ ਦਾ ਕੰਮ ਕਰੀਏ। हर समस्या का है समाधान, वो भी घर बैठे बैठे। कैसा होगा आज, कैसा होगा कल, क्या परेशानियों ने निकाल रखी है आपकी जान। आपके जटिल से जटिल समस्या का समाधान देंगी लेडी गुरु माता जी। एक औरत ही औरत का दर्द समझ सकती है। जब कहीं ना हो काम तो यहाँ से ले समाधान, आपकी हर समस्या का समाधान। लव प्रॉब्लम हो या ब्रेकअप प्रॉब्लम, इंटरकास्ट मैरिज प्रॉब्लम हो या परिवार वालों को मनाना, डाइवोर्स प्रॉब्लम हो या संतान सुख में विलंबता, या फिर पाना चाहते हो अपना खोया हुआ प्यार, डिप्रेशन, टेंशन या मनी प्रॉब्लम, कैसे बदलेगा आपके जीवन का हाल। अभी संपर्क करें लेडी गुरु माता जी को। इनका नंबर स्क्रीन पर दिया हुआ है। गुरु माता जी से संपर्क करें, कोई भी परेशानी का तुरंत समाधान पाएं।